इस साल हिमाचल प्रदेश ਵਿੱਚ ਸੇਬ ਦਾ ਸੀਜ਼ਨ ਹਰ ਵਾਰ ਦੀ ਤਰ੍ਹਾਂ ਸਿਖਰ ਤੇ ਹੈ, ਪਰ ਫਿਰ ਵੀ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਾਨ ਨਹੀਂ ਹੈ। ਪ੍ਰੀਮੀਅਮ ਗੁਣਵੱਤਾ ਵਾਲੇ ਸੇਬ ਮੰਡੀ ਵਿੱਚ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ। ਉਹ ਅੱਜ ਕੱਲ੍ਹ 30 ਤੋਂ 70 ਰੁਪਏ ਦੇ ਵਿਚਕਾਰ ਵਿਕ ਰਹੇ ਨੇ। ਕੀਮਤਾਂ ਦੇ ਵਿੱਚ ਗਿਰਾਵਟ B ਅਤੇ C ਦੇ ਗ੍ਰੇਡਾਂ ਲਈ ਵੀ ਸਹੀ ਹੈ, ਜੋ ਰਾਜ ਦੇ ਵਿੱਚ ਐਪਲ ਦੇ ਕਾਸ਼ਤਕਾਰ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਇਸ ਅਚਾਨਕ ਕੀਮਤ ਵਿੱਚ ਆਈ ਗਿਰਾਵਟ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ। ਸੇਬਾਂ ਦਾ ਵਪਾਰ ਕਰਨ ਵਾਲੀ ਅਡਾਨੀ ਗਰੁੱਪ ਆਫ ਕੰਪਨੀਆਂ ਦੀ ਸ਼ਾਖਾ ਅਡਾਨੀ ਐਗਰੀ ਫਰੈਸ਼ ਨੇ ਸੇਬ ਦੀ ਉੱਚਤਮ ਗੁਣਵੱਤਾ ਦੀ ਕੀਮਤ 72 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਛੋਟੇ ਸੇਬ ਦੀ ਕੀਮਤ 12 ਰੁਪਏ ਨਿਰਧਾਰਿਤ ਕੀਤੀ ਹੈ ਅਤੇ ਇਹ ਕੀਮਤ ਕੰਪਨੀ ਦੇ ਵੱਲੋਂ 29 ਅਕਤੂਬਰ ਤੱਕ ਤੈਅ ਕੀਤੀ ਗਈ ਸੀ। ਸੇਬ ਦੇ ਕਿਸਾਨਾਂ ਦਾ ਕਹਿਣਾ ਹੈ ਇਹ ਨਵੀਂ ਕੀਮਤ ਅਡਾਨੀ ਸਮੂਹ ਦੁਆਰਾ ਪਿਛਲੇ ਸਾਲ ਨਿਰਧਾਰਿਤ ਸੇਬਾਂ ਦੇ 88 ਰੁਪਏ ਪ੍ਰਤੀ ਕਿਲੋ ਰੇਟ ਤੋਂ 16 ਰੁਪਏ ਘੱਟ ਹੈ। ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਅਡਾਨੀ ਵਰਗੀ ਕੰਪਨੀ ਦੁਆਰਾ ਕੀਮਤਾਂ ਦੇ ਵਿੱਚ ਕਮੀ ਦਾ ਮੰਡੀ 'ਤੇ ਭਿਆਨਕ ਪ੍ਰਭਾਵ ਪਵੇਗਾ। ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਬਹੁਤ ਹੀ ਸੇਬ ਅਡਾਨੀ ਦੁਆਰਾ ਕੋਲਡ ਸਟੋਰੇਜ ਵਿੱਚ ਪਾਏ ਜਾਂਦੇ ਨੇ ਅਤੇ ਫਿਰ ਸੀਜ਼ਨ ਤੋਂ ਬਾਅਦ ਖਾਸ ਤੌਰ ਦੇ ਉੱਤੇ ਮਾਰਚ ਮਹੀਨੇ ਤੋਂ ਬਾਅਦ ਦੁੱਗਣੇ ਜਾਂ 3 ਗੁਣਾ ਰੇਟਾਂ ਦੇ ਉੱਤੇ ਵੇਚਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ। ਉਹਨਾਂ ਨੇ ਸਮਝਾਇਆ ਹੈ ਜੇਕਰ ਸਿਰਫ ਅਡਾਨੀ ਕੰਪਨੀ ਕਿਸਾਨਾਂ ਨੂੰ ਫਲਾਂ ਦੇ ਲਈ 3 ਤੋਂ 4 ਰੁਪਏ ਪ੍ਰਤੀ ਕਿਲੋ ਹੋਰ ਅਦਾ ਕਰਦੀ ਹੈ ਤਾਂ ਇਸ ਨਾਲ ਉਹਨਾਂ ਨੂੰ ਬਹੁਤ ਫਰਕ ਪੈਂਦਾ ਹੈ। ਉਸ ਦੇ ਅਨੁਸਾਰ ਬਹੁਤ ਸਾਰੀਆਂ ਹੋਰ ਕੰਪਨੀਆਂ ਵੀ ਅਜਿਹਾ ਕਰਦੀਆਂ ਨੇ। ਉਹ ਕਿਸਾਨਾਂ ਤੋਂ ਸੇਬ ਖਰੀਦਦੇ ਨੇ, ਜਦੋਂ ਕੋਈ ਸਮੱਸਿਆ ਹੁੰਦੀ ਹੈ ਫਲਾਂ ਨੂੰ ਠੰਡੇ ਭੰਡਾਰ ਦੇ ਵਿੱਚ ਰੱਖਦੇ ਨੇ ਤਾਂ ਜੋ ਉਹਨਾਂ ਨੂੰ ਸੀਜ਼ਨ ਤੋਂ ਵੱਧ ਦਰਾਂ 'ਤੇ ਵੇਚਿਆ ਜਾ ਸਕੇ। ਸ਼ਿਮਲਾ ਜ਼ਿਲ੍ਹੇ ਦੇ ਬਾਗਬਾਨੀ ਵਿਭਾਗ ਦੇ ਅਨੁਸਾਰ ਪੀਕ ਸੀਜ਼ਨ 15 ਅਗਸਤ ਤੋਂ 15 ਸਤੰਬਰ ਦੇ ਵਿੱਚ ਸੇਬਾਂ ਦੀ ਦਰ ਹਮੇਸ਼ਾ ਹੇਠਾਂ ਆਉਂਦੀ ਹੈ। ਪਿਛਲੇ 5 ਸਾਲਾਂ ਦੇ ਵਿੱਚ ਕੀਮਤ ਵਿੱਚ ਕਾਫੀ ਗਿਰਾਵਟ ਆਈ ਹੈ। ਪੀਕ ਸੀਜ਼ਨ ਜਦੋਂ ਘੱਟ ਰੇਟ ਹੁੰਦੇ ਨੇ ਉਦੋਂ ਹੁੰਦਾ ਹੈ ਜਦੋਂ ਕੋਲਡ ਸਟੋਰੇਜ ਕੰਪਨੀਆਂ ਸੇਬ ਖਰੀਦਦੀਆਂ ਨੇ, ਉਹ ਉਹਨਾਂ ਲਈ 50 ਰੁਪਏ ਪ੍ਰਤੀ ਕਿਲੋ ਤੋਂ ਵੱਧ ਨਹੀਂ ਦਿੰਦੇ। ਹਾਲੀਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਡਾਨੀ ਐਗਰੀ ਫਰੈਸ਼ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸੇਬ ਦੇ ਰੇਟ ਸੇਬ ਉਤਪਾਦਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਨਿਰਧਾਰਿਤ ਕੀਤੇ ਜਾਂਦੇ ਨੇ ਅਤੇ ਕੰਪਨੀ ਨੂੰ ਉਹਨਾਂ ਦੇ ਉਤਪਾਦਕਾਂ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਜਿਨ੍ਹਾਂ ਤੋਂ ਉਸਨੇ ਸੇਬ ਖਰੀਦੇ ਸੀ। ਇਸ ਸਾਲ ਦਾ ਅਨੁਮਾਨ ਲਗਾਇਆ ਗਿਆ ਹੈ ਕਿ ਰਾਜ ਲਗਭਗ 40 ਮਿਲੀਅਨ ਕਰੇਟ ਸੇਬਾਂ ਦਾ ਉਤਪਾਦਨ ਕਰੇਗਾ। ਪਿਛਲੇ ਸਾਲ 32.5 ਮਿਲੀਅਨ ਕਰੇਟ ਸੇਬ ਦੀ ਕਟਾਈ ਕੀਤੀ ਗਈ ਸੀ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਉਮੀਦ ਤੋਂ ਵੀ ਕਾਫੀ ਘੱਟ ਹੈ। ਇੱਕ ਵਪਾਰੀ ਦਾ ਕਹਿਣਾ ਹੈ ਕਿ ਪਹਿਲਾਂ ਮੰਡੀ ਵਿੱਚ ਸੇਬ ਦਾ ਇੱਕ ਡੱਬਾ 2500 ਰੁਪਏ ਤੋਂ ਲੈ ਕੇ 4000 ਰੁਪਏ ਦੇ ਵਿੱਚ ਵਿਕ ਰਿਹਾ ਸੀ ਅਤੇ ਮੈਂ ਇੱਕ ਵਪਾਰੀ ਹੋਣ ਦੇ ਨਾਤੇ ਖੁਦ ਇਹ ਸੇਬ ਵੇਚਦਾ ਸੀ, ਪਰ ਹੁਣ ਅਚਾਨਕ ਕੀਮਤਾਂ ਘਟ ਕੇ 1000 ਤੋਂ 1500 ਰੁਪਏ ਦੇ ਵਿੱਚ ਰਹਿ ਗਈਆਂ ਨੇ। ਉਸਨੇ ਕਿਹਾ ਹੈ ਇਸ ਸਾਲ ਉਸਦੇ ਕੋਲ ਸੇਬਾਂ ਦੇ ਲਗਭਗ 2000 ਕਰੇਟ ਨੇ ਅਤੇ ਜੇਕਰ ਉਸ ਨੂੰ ਮੌਜੂਦਾ ਕੀਮਤ 'ਤੇ ਵੇਚਣਾ ਪਿਆ ਉਸ ਨੂੰ 500 ਰੁਪਏ ਤੋਂ 800 ਰੁਪਏ ਪ੍ਰਤੀ ਕਰੇਟ ਦਾ ਨੁਕਸਾਨ ਹੋਵੇਗਾ। ਇਹਦੇ ਨਾਲ ਹੀ ਹਿਮਾਚਲ ਦੇ ਵਿੱਚ ਸੇਬ ਦੇ ਬਾਗ ਮਾਲਕਾਂ ਨੂੰ ਹੁਣ ਲੇਬਰ ਦੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਸਾਰੀ ਸਮੱਸਿਆ ਵਪਾਰੀਆਂ ਦੇ ਇਰਦ ਗਿਰਦ ਘੁੰਮ ਰਹੀ ਹੈ ਜਿਨ੍ਹਾਂ ਤੋਂ ਅਡਾਨੀ ਗਰੁੱਪ ਦੇ ਵੱਲੋਂ ਸੇਬ ਸਸਤੇ ਰੇਟ ਦੇ ਵਿੱਚ ਖਰੀਦ ਕੇ ਸਟੋਰ ਕੀਤਾ ਜਾ ਰਿਹਾ ਹੈ। ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਡੀਜ਼ਲ ਤੋਂ ਲੈ ਕੇ ਪੈਕਿੰਗ ਸਮੱਗਰੀ ਤੱਕ ਹਰ ਚੀਜ਼ ਵਧੇਰੇ ਮਹਿੰਗੀ ਹੋ ਗਈ ਹੈ, ਪਰ ਅਡਾਨੀ ਨੇ ਜੋ ਕੀਮਤ ਨਿਰਧਾਰਿਤ ਕੀਤੀ ਹੈ ਉਹ ਪਿਛਲੇ ਸਾਲ ਦੇ ਨਾਲੋਂ ਵੀ ਘੱਟ ਹੈ। ਸੇਬ ਉਤਪਾਦਕ ਸਹਾਇਤਾ ਨੇ ਕਿਹਾ ਕਿ ਅਸੀਂ 50 ਤੋਂ 70 ਰੁਪਏ ਦੀ ਘੱਟ ਰੇਟ 'ਤੇ ਸੇਬ ਵੇਚੇ ਨੇ ਅਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਉਹੀ ਸੇਬ ਨੇ ਜੋ 100 ਤੋਂ 50 ਰੁਪਏ ਪ੍ਰਤੀ ਕਿਲੋ ਹੋਰ ਘੱਟ ਰੇਟਾਂ ਦੇ ਵਿੱਚ ਵਿਕਣਗੇ। ਉਹਨਾਂ ਕਿਹਾ ਹੈ ਕਿ ਇਹ ਬਾਗਾਂ ਦੀ ਸਾਂਭ ਸੰਭਾਲ, ਕਟਾਈ, ਖਾਦ ਅਤੇ ਕੀਟਨਾਸ਼ਕਾਂ ਆਦਿ ਦੇ ਖਰਚਿਆਂ ਤੋਂ ਵੱਧ ਹੈ। ਸਿਰਫ ਡੀਜ਼ਲ ਅਤੇ ਕੀਟਨਾਸ਼ਕਾਂ ਖਾਦਾਂ ਦੀ ਕੀਮਤ ਹੀ ਨਹੀਂ, ਪੈਕਿੰਗ ਦੀ ਕੀਮਤ ਵੀ ਪਿਛਲੇ ਸਾਲ ਦੇ ਮੁਕਾਬਲੇ 30% ਵਧੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਨਾਲ ਨਵੇਂ ਖੇਤੀਬਾੜੀ ਕਾਨੂੰਨਾਂ ਦੁਆਰਾ ਕੀਮਤਾਂ ਦੇ ਅੰਕ ਨਿਰਧਾਰਿਤ ਕੀਤੇ ਗਏ ਨੇ ਤਾਂ ਬਿਸ਼ਟ ਨੇ ਕਿਹਾ ਕਿ ਜੇ ਅਡਾਨੀ ਨੇ ਸੇਬ ਦਾ ਰੇਟ 72 ਰੁਪਏ ਪ੍ਰਤੀ ਕਿਲੋ ਤੋਂ ਵੀ ਘੱਟ ਕਰ ਦਿੱਤਾ ਹੁੰਦਾ ਤਾਂ ਵੀ ਅਸੀਂ ਇਸ ਬਾਰੇ ਕੁਝ ਨਹੀਂ ਕਰ ਪਾਉਂਦੇ। ਖੁਰਾਕ ਅਤੇ ਨਿਰਯਾਤ ਨੀਤੀ ਦੇ ਮਾਹਿਰ ਦਵਿੰਦਰ ਸ਼ਰਮਾ ਨੇ ਵੀ ਟਵੀਟ ਕੀਤਾ ਹੈ ਕਿ ਇਹੀ ਕਾਰਨ ਹੈ ਕਿ ਕਿਸਾਨ ਮੰਗ ਕਰ ਰਹੇ ਨੇ ਕਿ ਘੱਟੋ ਘੱਟ ਸਮਰਥਨ ਮੁੱਲ MSP ਨੂੰ ਕਾਨੂੰਨੀ ਤੌਰ ਦੇ ਉੱਤੇ ਸ਼ਾਮਲ ਕੀਤਾ ਜਾਵੇ। ਬਿਸ਼ਟ ਦੇ ਅਨੁਸਾਰ ਇਸ ਸਾਲ ਸਰਕਾਰ ਨੇ ਹਿਮਾਚਲ ਪ੍ਰਦੇਸ਼ ਮਾਰਕੀਟਿੰਗ ਕਾਰਪੋਰੇਸ਼ਨ HPMC ਦੁਆਰਾ 9 ਰੁਪਏ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਸੇਬ ਖਰੀਦੇ ਨੇ। ਇਹ ਸੇਬ ਰਾਜ ਦੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਜੈਮ ਜੂਸ ਆਦਿ ਬਣਾਉਣ ਲਈ ਵਰਤੇ ਜਾਂਦੇ ਨੇ, ਪਰ ਸਰਕਾਰ ਸਿਰਫ ਬਹੁਤ ਸਾਰੇ ਸੇਬ ਖਰੀਦ ਸਕਦੀ ਹੈ। ਬਿਸ਼ਟ ਨੇ ਕਿਹਾ ਕਿ ਹਾਲਾਂਕਿ ਰਾਜ ਸਰਕਾਰ ਦਾ ਸਹਿਯੋਗ ਸੇਬ ਉਤਪਾਦਕਾਂ ਲਈ ਵਰਦਾਨ ਹੈ, ਪਰ ਸਮੇਂ ਦੀ ਲੋੜ ਹੈ ਕਿ ਜੰਮੂ ਕਸ਼ਮੀਰ ਦੀ ਤਰ੍ਹਾਂ ਸੇਬ ਦੀ ਖਰੀਦ ਵੀ ਕੇਂਦਰ ਸਰਕਾਰ ਦੀ ਵਧੇਰੇ ਸਹਾਇਤਾ ਕੀਤੀ ਜਾਵੇ। ਹਿਮਾਚਲ ਪ੍ਰਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਜਾਂ ਸਿੱਧੇ ਰੂਪ ਦੇ ਵਿੱਚ ਸੇਬ ਦੀ ਕਾਸ਼ਤ ਦੇ ਵਿੱਚ ਸ਼ਾਮਲ ਹੈ। ਸੈਰ ਸਪਾਟੇ ਤੋਂ ਇਲਾਵਾ ਰਾਜ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਸੇਬਾਂ ਦੇ ਬਾਗਬਾਨੀ
ਆਮਦਨੀ ਅਤੇ ਇੱਕਮਾਤਰ ਸਰੋਤ ਨੇ। ਰਾਜ ਦੇ ਉੱਪਰੀ ਹਿੱਸਿਆਂ ਦੇ ਵਿੱਚ ਸਭ ਤੋਂ ਵਧੀਆ ਗੁਣਵੱਤਾ ਵਾਲੇ ਸੇਬ ਉਗਾਏ ਜਾਂਦੇ ਨੇ। ਸ਼ਿਮਲਾ ਦੇ ਬਾਗਬਾਨੀ ਅਧਿਕਾਰੀਆਂ ਮਹਿਤਾ ਨੇ ਕਿਹਾ ਕਿ ਰਾਜ ਦੇ ਵਿੱਚ ਲਗਭਗ 2 ਲੱਖ ਹੈਕਟੇਅਰ ਸੇਬਾਂ ਦੇ ਬਾਗ ਨੇ। ਉਹਨਾਂ ਇਹ ਵੀ ਕਿਹਾ ਕਿ ਸੇਬ ਉਦਯੋਗ ਤੋਂ ਪੈਦਾ ਹੋਇਆ ਕਾਰੋਬਾਰ ਲਗਭਗ 6000 ਕਰੋੜ ਰੁਪਏ ਸਾਲਾਨਾ ਹੈ। ਕੋਲਡ ਸਟੋਰੇਜ ਕੰਪਨੀਆਂ ਨੇ ਸੇਬ ਦੇ 20 ਲੱਖ ਕਰੇਟ ਹੀ ਨਹੀਂ ਖਰੀਦੇ ਅਤੇ ਸੇਬ ਉਤਪਾਦਕ ਮੁਸ਼ਕਲ ਦੇ ਵਿੱਚ ਨੇ। ਹਿਮਾਚਲ ਪ੍ਰਦੇਸ਼ ਆਪਣੇ ਸੇਬਾਂ ਲਈ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ। ਸੇਬ ਉਦਯੋਗ ਰਾਜ ਦੇ ਹਜ਼ਾਰਾਂ ਲੋਕ ਰੋਜੀ ਰੋਟੀ ਪ੍ਰਦਾਨ ਕਰਦਾ ਹੈ, ਪਰ ਕਿਸਾਨ ਸੰਘਰਸ਼ ਕਰ ਰਹੇ ਹਨ। ਉਹਨਾਂ ਨੂੰ ਖੇਤੀ ਅੱਗੇ ਵਧਾਉਣ ਦੇ ਲਈ ਕਰਜ਼ਾ ਲੈਣਾ ਪੈਂਦਾ ਹੈ, ਜੋ ਉਹਨਾਂ ਦੀ ਕਮਜ਼ੋਰੀ ਹੈ ਅਤੇ ਇਸੇ ਕਮਜ਼ੋਰੀ ਦਾ ਇਨ੍ਹਾਂ ਘਰਾਣਿਆਂ ਦੇ ਵੱਲੋਂ ਲਾਭ ਲਿਆ ਜਾ ਰਿਹਾ ਹੈ, ਜੋ ਕਿ ਇਹਨਾਂ ਦੀ ਸਥਿਤੀ ਅਜਿਹੀ ਹੋਣ ਦਾ ਸ਼ੋਸ਼ਣ ਕਰ ਰਹੇ ਨੇ। ਉਹਨਾਂ ਸਰਕਾਰ ਨੂੰ ਕਿਹਾ ਕਿ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ, ਸੁਚੇਤ ਰਹਿਣਾ ਚਾਹੀਦਾ ਹੈ ਤਾਂ ਕਿ ਘੱਟ ਰੇਟ ਤੇ ਇਕੱਠਾ ਕੀਤਾ ਜਾ ਰਿਹਾ ਸੇਬ ਸੀਜ਼ਨ ਖਤਮ ਹੋਣ ਤੇ ਮਹਿੰਗੇ ਭਾਅ ਵੇਚਿਆ ਜਾਵੇਗਾ। ਇਸ ਪ੍ਰਤੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ चिंता जाहिर की है। खेती का व्यापार कंपनियां करेंगी, खरीदेंगे भी वो और फिर पूरा देश मोल लेके उनसे ही खाएगा। और जब मोल लेके खाएगा, ये केवल किसान आंदोलन नहीं है। अब उन्होंने सेब खरीदा है 25 रुपए, और अगर आप अडानी का सेब आप खरीदो तो आपको मिलेगा 260 रुपए। मालकों से खरीदा 25 रुपए, आपसे प्याज खरीदा 8 रुपए, आपको ही वापस बेचा 80 रुपए। तो पूरे देश का जो एग्रो बिजनेस है, जो पहले लाखों लोग करते थे, कितने आड़ती कितने व्यापारी शामिल थे, अब वो लोग नहीं करेंगे। अब सीधी कंपनियां उसमें आ गई। आप देख रहे हो अडानी ने सेलों के दाम बढ़ा दिए। अब मंडी में गेहूं नहीं जाएगी, सीधी उनके गोदामों में जाएगी। डांड में आप देख रहे हो अब की बार 4 मंडियां बंद की है उन्होंने। पूरे देश के अंदर गोदाम धड़ाधड़ बढ़ रहे हैं। आगे सेलर भी वो लगेंगे कि आप जीरी ले जाओगे, सीधी सेलर में डंप होगी, आपका मॉइस्चर चेक करके बता देंगे, आपकी क्वालिटी चेक करके बता देंगे, उस हिसाब से कट लगेगा। और गिल्ली भी जाएगी तो ठीक है, और उसका चावल बाहर निकल के थैलियों में पड़ के ही वापस आएगा। सारा बाजारी सिस्टम खत्म। और फिर जब आप लोग ही उनसे मोल लेके खाओगे, हमारे गांव का ही मजदूर उनसे मोल लेके खाएगा, तो फिर वो उस रेट पे नहीं मिलेगा जिस रेट पे अब मिलता है, उससे 4 गुना ज्यादा पे मिलेगा। ये आंदोलन सभी के लिए है। और हमारे देश के जो कानून बन रहे हैं, कंपनियों के दबाव में कंपनियों से पैसा लेते हैं चुनाव लड़ने के लिए, और फिर उन्हीं के पक्ष के कानून बनाते हैं। और ऐसा करते करते आज हमारे देश की हालत ये हो गई है कि जहां उत्तम खेती थी, जहां सोने की चिड़िया भारत था, जहां 1950 में जो खेती का हिस्सा था देश की जीडीपी में वो 60% था, आज कम होकर 10% रह गया है, और ये 6% बचेगा। आज भुखमरी में हमारा देश, 20 करोड़ लोग ऐसे हैं जो रात को भूखे सोते हैं। 102वें स्थान पे 107 देश भुखमरी वाले हैं, उनमें 102वां स्थान हिंदुस्तान का है। यहाँ पे प्रति व्यक्ति आमदन जो गरीबी रेखा से नीचे वाले हैं उनकी 30-35 रुपए प्रतिदिन है। और इसी देश में अंबानी की आमदन एक दिन की 2150 करोड़ है। आपके इलाके में 10,000 एकड़ एक दिन की कमाई में मोल ले सकता है। सारे देश को हड़प रही है कंपनियां, और अब तो खरीद रही हैं कंपनियां, वो भी सस्ता करके। हवाई अड्डे बेच रहे हैं, रेलें बेच रहे हैं, ट्रांसपोर्ट बेच रहे हैं, सड़कें बेच रहे हैं, सब कुछ सेल पे लगा दिया। तो साथियों, हमारे पास लेबर बची, 2 चीज थी, एक लेबर मजदूरी और दूसरा खेती। ये कानून खेती के लिए बना के और सारी खेती कंपनियों को अगली जो पॉलिसी है, आगे कंपनियां खेती करेंगी, आप लोग खेती नहीं करोगे। एक नया कानून और आ रहा है कि जो भी आदमी जमीन बेचेगा सरकार खरीदेगी। आप 2 एकड़ बेचोगे, कोई 1 एकड़ बेचेगा, वो सारी का फिर एक जगह उसका मरब्बाबंदी करके एक जगह इकट्ठी कर ली जाएगी,
एक ही जगह पे 2000 5000 एकड़ का प्लाट बनेगा, कंपनी को दे दिया जाएगा। आपको 2 साल के लिए लालच देके ज्यादा ठेके में कंपनी ले लेगी, 2000 में 5000 एकड़ में खेती करेगी, जब दूसरा उसका 5 एकड़ वाला उसका मुकाबला नहीं कर सकेगा, 5000 एकड़ वाले से 5 एकड़ वाला मुकाबला नहीं कर सकेगा। ਇਸ ਸਾਲ ਹਿਮਾਚਲ ਪ੍ਰਦੇਸ਼ ਵਿੱਚ ਸੇਬ ਦਾ ਸੀਜ਼ਨ ਹਰ ਵਾਰ ਦੀ ਤਰ੍ਹਾਂ ਸਿਖਰ ਤੇ ਹੈ, ਪਰ ਫਿਰ ਵੀ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਾਨ ਨਹੀਂ ਹੈ। ਪ੍ਰੀਮੀਅਮ ਗੁਣਵੱਤਾ ਵਾਲੇ ਸੇਬ ਮੰਡੀ ਵਿੱਚ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ, ਉਹ ਅੱਜ ਕੱਲ੍ਹ 30 ਤੋਂ 70 ਰੁਪਏ ਦੇ ਵਿਚਕਾਰ ਵਿਕ ਰਹੇ ਨੇ। ਕੀਮਤਾਂ ਦੇ ਵਿੱਚ ਗਿਰਾਵਟ B ਅਤੇ C ਦੇ ਗ੍ਰੇਡਾਂ ਲਈ ਵੀ ਸਹੀ ਹੈ, ਜੋ ਰਾਜ ਦੇ ਵਿੱਚ ਐਪਲ ਦੇ ਕਾਸ਼ਤਕਾਰ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਇਸ ਅਚਾਨਕ ਕੀਮਤ ਵਿੱਚ ਆਈ ਗਿਰਾਵਟ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ। ਸੇਬਾਂ ਦਾ ਵਪਾਰ ਕਰਨ ਵਾਲੀ ਅਡਾਨੀ ਗਰੁੱਪ ਆਫ ਕੰਪਨੀਆਂ ਦੀ ਸ਼ਾਖਾ ਅਡਾਨੀ ਐਗਰੀ ਫਰੈਸ਼ ਨੇ ਸੇਬ ਦੀ ਉੱਚਤਮ ਗੁਣਵੱਤਾ ਦੀ ਕੀਮਤ 72 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਛੋਟੇ ਸੇਬ ਦੀ ਕੀਮਤ 12 ਰੁਪਏ ਨਿਰਧਾਰਿਤ ਕੀਤੀ ਹੈ ਅਤੇ ਇਹ ਕੀਮਤ ਕੰਪਨੀ ਦੇ ਵੱਲੋਂ 29 ਅਕਤੂਬਰ ਤੱਕ ਤੈਅ ਕੀਤੀ ਗਈ ਸੀ। ਸੇਬ ਦੇ ਕਿਸਾਨਾਂ ਦਾ ਕਹਿਣਾ ਹੈ ਇਹ ਨਵੀਂ ਕੀਮਤ ਅਡਾਨੀ ਸਮੂਹ ਦੁਆਰਾ ਪਿਛਲੇ ਸਾਲ ਨਿਰਧਾਰਿਤ ਸੇਬਾਂ ਦੇ 88 ਰੁਪਏ ਪ੍ਰਤੀ ਕਿਲੋ ਰੇਟ ਤੋਂ 16 ਰੁਪਏ ਘੱਟ ਹੈ। ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਅਡਾਨੀ ਵਰਗੀ ਕੰਪਨੀ ਦੁਆਰਾ ਕੀਮਤਾਂ ਦੇ ਵਿੱਚ ਕਮੀ ਦਾ ਮੰਡੀ ਤੇ ਭਿਆਨਕ ਪ੍ਰਭਾਵ ਪਵੇਗਾ। ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਬਹੁਤ ਹੀ ਸੇਬ ਅਡਾਨੀ ਦੁਆਰਾ ਕੋਲਡ ਸਟੋਰੇਜ ਵਿੱਚ ਪਾਏ ਜਾਂਦੇ ਨੇ ਅਤੇ ਫਿਰ ਸੀਜ਼ਨ ਤੋਂ ਬਾਅਦ ਮਾਰਚ ਖਾਸ ਤੌਰ ਦੇ ਉੱਤੇ ਮਾਰਚ ਮਹੀਨੇ ਤੋਂ ਬਾਅਦ ਦੁੱਗਣੇ ਜਾਂ 3 ਗੁਣਾ ਰੇਟਾਂ ਦੇ ਉੱਤੇ ਵੇਚਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ। ਉਹਨਾਂ ਨੇ ਸਮਝਾਇਆ ਹੈ ਜੇਕਰ ਸਿਰਫ ਅਡਾਨੀ ਕੰਪਨੀ ਕਿਸਾਨਾਂ ਨੂੰ ਫਲਾਂ ਦੇ ਲਈ 3 ਤੋਂ 4 ਰੁਪਏ ਪ੍ਰਤੀ ਕਿਲੋ ਹੋਰ ਅਦਾ ਕਰਦੀ ਹੈ ਤਾਂ ਇਸ ਨਾਲ ਉਹਨਾਂ ਨੂੰ ਬਹੁਤ ਫਰਕ ਪੈਂਦਾ ਹੈ। ਉਸ ਦੇ ਅਨੁਸਾਰ ਬਹੁਤ ਸਾਰੀਆਂ ਹੋਰ ਕੰਪਨੀਆਂ ਵੀ ਅਜਿਹਾ ਕਰਦੀਆਂ ਨੇ। ਉਹ ਕਿਸਾਨਾਂ ਤੋਂ ਸੇਬ ਖਰੀਦਦੇ ਨੇ, ਜਦੋਂ ਕੋਈ ਸਮੱਸਿਆ ਹੁੰਦੀ ਹੈ ਫਲਾਂ ਨੂੰ ਠੰਡੇ ਭੰਡਾਰ ਦੇ ਵਿੱਚ ਰੱਖਦੇ ਨੇ ਤਾਂ ਜੋ ਉਹਨਾਂ ਨੂੰ ਸੀਜ਼ਨ ਤੋਂ ਵੱਧ ਦਰਾਂ ਤੇ ਵੇਚਿਆ ਜਾ ਸਕੇ। ਸ਼ਿਮਲਾ ਜ਼ਿਲ੍ਹੇ ਦੇ ਬਾਗਬਾਨੀ ਵਿਭਾਗ ਦੇ ਅਨੁਸਾਰ ਪੀਕ ਸੀਜ਼ਨ 15 ਅਗਸਤ ਤੋਂ 15 ਸਤੰਬਰ ਦੇ ਵਿੱਚ ਸੇਬਾਂ ਦੀ ਦਰ ਹਮੇਸ਼ਾ ਹੇਠਾਂ ਆਉਂਦੀ ਹੈ। ਪਿਛਲੇ 5 ਸਾਲਾਂ ਦੇ ਵਿੱਚ ਕੀਮਤ ਵਿੱਚ ਕਾਫੀ ਗਿਰਾਵਟ ਆਈ ਹੈ। ਪੀਕ ਸੀਜ਼ਨ ਜਦੋਂ ਘੱਟ ਰੇਟ ਹੁੰਦੇ ਨੇ ਉਦੋਂ ਹੁੰਦਾ ਹੈ ਜਦੋਂ ਕੋਲਡ ਸਟੋਰੇਜ ਕੰਪਨੀਆਂ ਸੇਬ ਖਰੀਦਦੀਆਂ ਨੇ, ਉਹ ਉਹਨਾਂ ਲਈ 50 ਰੁਪਏ ਪ੍ਰਤੀ ਕਿਲੋ ਤੋਂ ਵੱਧ ਨਹੀਂ ਦਿੰਦੇ। ਹਾਲੀਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਡਾਨੀ ਐਗਰੀ ਫਰੈਸ਼ ਦੇ ਇੱਕ ਬੁਲਾਰੇ ਨੇ ਕਿਹਾ ਕਿ ਸੇਬ ਦੇ ਰੇਟ ਸੇਬ ਉਤਪਾਦਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਨਿਰਧਾਰਿਤ ਕੀਤੇ ਜਾਂਦੇ ਨੇ ਅਤੇ ਕੰਪਨੀ ਨੂੰ ਉਹਨਾਂ ਦੇ ਉਤਪਾਦਕਾਂ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਜਿਨ੍ਹਾਂ ਤੋਂ ਉਸਨੇ ਸੇਬ ਖਰੀਦੇ ਸੀ। ਇਸ ਸਾਲ ਦਾ ਅਨੁਮਾਨ ਲਗਾਇਆ ਗਿਆ ਹੈ ਕਿ ਰਾਜ ਲਗਭਗ 40 ਮਿਲੀਅਨ ਕਰੇਟ ਸੇਬਾਂ ਦਾ ਉਤਪਾਦਨ ਕਰੇਗਾ। ਪਿਛਲੇ ਸਾਲ 32.5 ਮਿਲੀਅਨ ਕਰੇਟ ਸੇਬ ਦੀ ਕਟਾਈ ਕੀਤੀ ਗਈ ਸੀ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਉਮੀਦ ਤੋਂ ਵੀ ਕਾਫੀ ਘੱਟ ਹੈ। ਇੱਕ ਵਪਾਰੀ ਦਾ ਕਹਿਣਾ ਹੈ ਕਿ ਪਹਿਲਾਂ ਮੰਡੀ ਵਿੱਚ ਸੇਬ ਦਾ ਇੱਕ ਡੱਬਾ 2500 ਰੁਪਏ ਤੋਂ ਲੈ ਕੇ 4000 ਰੁਪਏ ਦੇ ਵਿੱਚ ਵਿਕ ਰਿਹਾ ਸੀ ਅਤੇ ਮੈਂ ਇੱਕ ਵਪਾਰੀ ਹੋਣ ਦੇ ਨਾਤੇ ਖੁਦ ਇਹ ਸੇਬ ਵੇਚਦਾ ਸੀ, ਪਰ ਹੁਣ ਅਚਾਨਕ ਕੀਮਤਾਂ ਘਟ ਕੇ 1000 ਤੋਂ 1500 ਰੁਪਏ ਦੇ ਵਿੱਚ ਰਹਿ ਗਈਆਂ ਨੇ। ਉਸਨੇ ਕਿਹਾ ਇਸ ਸਾਲ ਉਸਦੇ ਕੋਲ ਸੇਬਾਂ ਦੇ ਲਗਭਗ 2000 ਕਰੇਟ ਨੇ ਅਤੇ ਜੇਕਰ ਉਸ ਨੂੰ ਮੌਜੂਦਾ ਕੀਮਤ 'ਤੇ ਵੇਚਣਾ ਪਿਆ ਉਸ ਨੂੰ 500 ਰੁਪਏ ਤੋਂ 800 ਰੁਪਏ ਪ੍ਰਤੀ ਕਰੇਟ ਦਾ ਨੁਕਸਾਨ ਹੋਵੇਗਾ। ਇਹਦੇ ਨਾਲ ਹੀ ਹਿਮਾਚਲ ਦੇ ਵਿੱਚ ਸੇਬ ਦੇ ਬਾਗ ਮਾਲਕਾਂ ਨੂੰ ਹੁਣ ਲੇਬਰ ਦੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਸਾਰੀ ਸਮੱਸਿਆ ਵਪਾਰੀਆਂ ਦੇ ਇਰਦ ਗਿਰਦ ਘੁੰਮ ਰਹੀ ਹੈ ਜਿਨ੍ਹਾਂ ਤੋਂ ਅਡਾਨੀ ਗਰੁੱਪ ਦੇ ਵੱਲੋਂ ਸੇਬ ਸਸਤੇ ਰੇਟ ਦੇ ਵਿੱਚ ਖਰੀਦ ਕੇ ਸਟੋਰ ਕੀਤਾ ਜਾ ਰਿਹਾ ਹੈ। ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਡੀਜ਼ਲ ਤੋਂ ਲੈ ਕੇ ਪੈਕਿੰਗ ਸਮੱਗਰੀ ਤੱਕ ਹਰ ਚੀਜ਼ ਵਧੇਰੇ ਮਹਿੰਗੀ ਹੋ ਗਈ ਹੈ, ਪਰ ਅਡਾਨੀ ਨੇ ਜੋ ਕੀਮਤ ਨਿਰਧਾਰਿਤ ਕੀਤੀ ਹੈ ਉਹ ਪਿਛਲੇ ਸਾਲ ਦੇ ਨਾਲੋਂ ਵੀ ਘੱਟ ਹੈ। ਸੇਬ ਉਤਪਾਦਕ ਸਹਾਇਤਾ ਨੇ ਕਿਹਾ ਕਿ ਅਸੀਂ 50 ਤੋਂ 70 ਰੁਪਏ ਦੀ ਘੱਟ ਰੇਟ 'ਤੇ ਸੇਬ ਵੇਚੇ ਨੇ ਅਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਉਹੀ ਸੇਬ ਨੇ ਜੋ 100 ਤੋਂ 50 ਰੁਪਏ ਪ੍ਰਤੀ ਕਿਲੋ ਹੋਰ ਘੱਟ ਰੇਟਾਂ ਦੇ ਵਿੱਚ ਵਿਕਣਗੇ। ਉਹਨਾਂ ਕਿਹਾ ਕਿ ਇਹ ਬਾਗਾਂ ਦੀ ਸਾਂਭ ਸੰਭਾਲ, ਕਟਾਈ, ਖਾਦ ਅਤੇ ਕੀਟਨਾਸ਼ਕਾਂ ਆਦਿ ਦੇ ਖਰਚਿਆਂ ਤੋਂ ਵੱਧ ਹੈ। ਸਿਰਫ ਡੀਜ਼ਲ ਅਤੇ ਕੀਟਨਾਸ਼ਕਾਂ ਖਾਦਾਂ ਦੀ ਕੀਮਤ ਹੀ ਨਹੀਂ, ਪੈਕਿੰਗ ਦੀ ਕੀਮਤ ਵੀ ਪਿਛਲੇ ਸਾਲ ਦੇ ਮੁਕਾਬਲੇ 30% ਵਧੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਨਾਲ ਨਵੇਂ ਖੇਤੀਬਾੜੀ ਕਾਨੂੰਨਾਂ ਦੁਆਰਾ ਕੀਮਤਾਂ ਦੇ ਅੰਕ ਨਿਰਧਾਰਿਤ ਕੀਤੇ ਗਏ ਨੇ ਤਾਂ ਬਿਸ਼ਟ ਨੇ ਕਿਹਾ ਕਿ ਜੇ ਅਡਾਨੀ ਨੇ ਸੇਬ ਦਾ ਰੇਟ 72 ਰੁਪਏ ਪ੍ਰਤੀ ਕਿਲੋ ਤੋਂ ਵੀ ਘੱਟ ਕਰ ਦਿੱਤਾ ਹੁੰਦਾ ਤਾਂ ਵੀ ਅਸੀਂ ਇਸ ਬਾਰੇ ਕੁਝ ਨਹੀਂ ਕਰ ਪਾਉਂਦੇ। ਖੁਰਾਕ ਅਤੇ ਨਿਰਯਾਤ ਨੀਤੀ ਦੇ ਮਾਹਿਰ ਦਵਿੰਦਰ ਸ਼ਰਮਾ ਨੇ ਵੀ ਟਵੀਟ ਕੀਤਾ ਹੈ ਕਿ ਇਹੀ ਕਾਰਨ ਹੈ ਕਿ ਕਿਸਾਨ ਮੰਗ ਕਰ ਰਹੇ ਨੇ ਕਿ ਘੱਟੋ ਘੱਟ ਸਮਰਥਨ ਮੁੱਲ MSP ਨੂੰ ਕਾਨੂੰਨੀ ਤੌਰ ਦੇ ਉੱਤੇ ਸ਼ਾਮਲ ਕੀਤਾ ਜਾਵੇ। ਬਿਸ਼ਟ ਦੇ ਅਨੁਸਾਰ ਇਸ ਸਾਲ ਸਰਕਾਰ ਨੇ ਹਿਮਾਚਲ ਪ੍ਰਦੇਸ਼ ਮਾਰਕੀਟਿੰਗ ਕਾਰਪੋਰੇਸ਼ਨ HPMC ਦੁਆਰਾ 9 ਰੁਪਏ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਸੇਬ ਖਰੀਦੇ ਨੇ। ਇਹ ਸੇਬ ਰਾਜ ਦੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਜੈਮ ਜੂਸ ਆਦਿ ਬਣਾਉਣ ਲਈ ਵਰਤੇ ਜਾਂਦੇ ਨੇ, ਪਰ ਸਰਕਾਰ ਸਿਰਫ ਬਹੁਤ ਸਾਰੇ ਸੇਬ ਖਰੀਦ ਸਕਦੀ ਹੈ।
ਬਿਸ਼ਟ ਨੇ ਕਿਹਾ ਕਿ ਹਾਲਾਂਕਿ ਰਾਜ ਸਰਕਾਰ ਦਾ ਸਹਿਯੋਗ ਸੇਬ ਉਤਪਾਦਕਾਂ ਲਈ ਵਰਦਾਨ ਹੈ, ਪਰ ਸਮੇਂ ਦੀ ਲੋੜ ਹੈ ਕਿ ਜੰਮੂ ਕਸ਼ਮੀਰ ਦੀ ਤਰ੍ਹਾਂ ਸੇਬ ਦੀ ਖਰੀਦ ਵੀ ਕੇਂਦਰ ਸਰਕਾਰ ਦੀ ਵਧੇਰੇ ਸਹਾਇਤਾ ਕੀਤੀ ਜਾਵੇ। ਹਿਮਾਚਲ ਪ੍ਰਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਜਾਂ ਸਿੱਧੇ ਰੂਪ ਦੇ ਵਿੱਚ ਸੇਬ ਦੀ ਕਾਸ਼ਤ ਦੇ ਵਿੱਚ ਸ਼ਾਮਲ ਹੈ। ਸੈਰ ਸਪਾਟੇ ਤੋਂ ਇਲਾਵਾ ਰਾਜ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਸੇਬਾਂ ਦੇ ਬਾਗਬਾਨੀ ਆਮਦਨੀ ਅਤੇ ਇੱਕਮਾਤਰ ਸਰੋਤ ਨੇ। ਰਾਜ ਦੇ ਉੱਪਰੀ ਹਿੱਸਿਆਂ ਦੇ ਵਿੱਚ ਸਭ ਤੋਂ ਵਧੀਆ ਗੁਣਵੱਤਾ ਵਾਲੇ ਸੇਬ ਉਗਾਏ ਜਾਂਦੇ ਨੇ। ਸ਼ਿਮਲਾ ਦੇ ਬਾਗਬਾਨੀ ਅਧਿਕਾਰੀਆਂ ਮਹਿਤਾ ਨੇ ਕਿਹਾ ਕਿ ਰਾਜ ਦੇ ਵਿੱਚ ਲਗਭਗ 2 ਲੱਖ ਹੈਕਟੇਅਰ ਸੇਬਾਂ ਦੇ ਬਾਗ ਨੇ। ਉਹਨਾਂ ਇਹ ਵੀ ਕਿਹਾ ਕਿ ਸੇਬ ਉਦਯੋਗ ਤੋਂ ਪੈਦਾ ਹੋਇਆ ਕਾਰੋਬਾਰ ਲਗਭਗ 6,000 ਕਰੋੜ ਰੁਪਏ ਸਾਲਾਨਾ ਹੈ। ਕੋਲਡ ਸਟੋਰੇਜ ਕੰਪਨੀਆਂ ਨੇ ਸੇਬ ਦੇ 20 ਲੱਖ ਕਰੇਟ ਹੀ ਨਹੀਂ ਖਰੀਦੇ ਅਤੇ ਸੇਬ ਉਤਪਾਦਕ ਮੁਸ਼ਕਲ ਦੇ ਵਿੱਚ ਨੇ। ਹਿਮਾਚਲ ਪ੍ਰਦੇਸ਼ ਆਪਣੇ ਸੇਬਾਂ ਲਈ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ। ਸੇਬ ਉਦਯੋਗ ਰਾਜ ਦੇ ਹਜ਼ਾਰਾਂ ਲੋਕ ਰੋਜੀ ਰੋਟੀ ਪ੍ਰਦਾਨ ਕਰਦਾ ਹੈ, ਪਰ ਕਿਸਾਨ ਸੰਘਰਸ਼ ਕਰ ਰਹੇ ਹਨ। ਉਹਨਾਂ ਨੂੰ ਖੇਤੀ ਅੱਗੇ ਵਧਾਉਣ ਦੇ ਲਈ ਕਰਜ਼ਾ ਲੈਣਾ ਪੈਂਦਾ ਹੈ, ਜੋ ਉਹਨਾਂ ਦੀ ਕਮਜ਼ੋਰੀ ਹੈ ਅਤੇ ਇਸੇ ਕਮਜ਼ੋਰੀ ਦਾ ਇਨ੍ਹਾਂ ਘਰਾਣਿਆਂ ਦੇ ਵੱਲੋਂ ਲਾਭ ਲਿਆ ਜਾ ਰਿਹਾ ਹੈ, ਜੋ ਕਿ ਇਹਨਾਂ ਦੀ ਸਥਿਤੀ ਅਜਿਹੀ ਹੋਣ ਦਾ ਸ਼ੋਸ਼ਣ ਕਰ ਰਹੇ ਨੇ। ਉਹਨਾਂ ਸਰਕਾਰ ਨੂੰ ਕਿਹਾ ਕਿ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ, ਸੁਚੇਤ ਰਹਿਣਾ ਚਾਹੀਦਾ ਹੈ ਤਾਂ ਕਿ ਘੱਟ ਰੇਟ ਤੇ ਇਕੱਠਾ ਕੀਤਾ ਜਾ ਰਿਹਾ ਸੇਬ ਸੀਜ਼ਨ ਖਤਮ ਹੋਣ ਤੇ ਮਹਿੰਗੇ ਭਾਅ ਵੇਚਿਆ ਜਾਵੇਗਾ। ਇਸ ਪ੍ਰਤੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਚਿੰਤਾ ਜ਼ਾਹਰ ਕੀਤੀ है। खेती का व्यापार कंपनियां करेंगी, खरीदेंगे भी वो और फिर पूरा देश मोल लेके उनसे ही खाएगा। और जब मोल लेके खाएगा, ये केवल किसान आंदोलन नहीं है। अब उन्होंने सेब खरीदा है 25 रुपए, और अगर आप अडानी का सेब आप खरीदो तो आपको मिलेगा 260 रुपए। मालकों से खरीदा 25 रुपए, आपसे प्याज खरीदा 8 रुपए, आपको ही वापस बेचा 80 रुपए। तो पूरे देश का जो एग्रो बिजनेस है, जो पहले लाखों लोग करते थे, कितने आड़ती कितने व्यापारी शामिल थे, अब वो लोग नहीं करेंगे। अब सीधी कंपनियां उसमें आ गई। आप देख रहे हो अडानी ने सेलों के दाम बढ़ा दिए। अब मंडी में गेहूं नहीं जाएगी, सीधी उनके गोदामों में जाएगी। डांड में आप देख रहे हो अब की बार 4 मंडियां बंद की है उन्होंने। पूरे देश के अंदर गोदाम धड़ाधड़ बढ़ रहे हैं। आगे सेलर भी वो लगेंगे कि आप जीरी ले जाओगे, सीधी सेलर में डंप होगी, आपका मॉइस्चर चेक करके बता देंगे, आपकी क्वालिटी चेक करके बता देंगे, उस हिसाब से कट लगेगा। और गिल्ली भी जाएगी तो ठीक है, और उसका चावल बाहर निकल के थैलियों में पड़ के ही वापस आएगा। सारा बाजारी सिस्टम खत्म। और फिर जब आप लोग ही उनसे मोल लेके खाओगे, हमारे गांव का ही मजदूर उनसे मोल लेके खाएगा, तो फिर वो उस रेट पे नहीं मिलेगा जिस रेट पे अब मिलता है, उससे 4 गुना ज्यादा पे मिलेगा। ये आंदोलन सभी के लिए है। और हमारे देश के जो कानून बन रहे हैं, कंपनियों के दबाव में कंपनियों से पैसा लेते हैं चुनाव लड़ने के लिए, और फिर उन्हीं के पक्ष के कानून बनाते हैं। और ऐसा करते करते आज हमारे देश की हालत ये हो गई है कि जहां उत्तम खेती थी, जहां सोने की चिड़िया भारत था, जहां 1950 में जो खेती का हिस्सा था देश की जीडीपी में वो 60% था, आज कम होकर 10% रह गया है, और ये 6% बचेगा। आज भुखमरी में हमारा देश, 20 करोड़ लोग ऐसे हैं जो रात को भूखे सोते हैं। 102वें स्थान पे 107 देश भुखमरी वाले हैं, उनमें 102वां स्थान हिंदुस्तान का है। यहाँ पे प्रति व्यक्ति आमदन जो गरीबी रेखा से नीचे वाले हैं उनकी 30-35 रुपए प्रतिदिन है। और इसी देश में अंबानी की आमदन एक दिन की 2150 करोड़ है। आपके इलाके में 10,000 एकड़ एक दिन की कमाई में मोल ले सकता है। सारे देश को हड़प रही है कंपनियां, और अब तो खरीद रही हैं कंपनियां, वो भी सस्ता करके। हवाई अड्डे बेच रहे हैं, रेलें बेच रहे हैं, ट्रांसपोर्ट बेच रहे हैं, सड़कें बेच रहे हैं, सब कुछ सेल पे लगा दिया। तो साथियों, हमारे पास लेबर बची, 2 चीज थी, एक लेबर मजदूरी और दूसरा खेती। ये कानून खेती के लिए बना के और सारी खेती कंपनियों को अगली जो पॉलिसी है
आगे कंपनियां खेती करेंगी, आप लोग खेती नहीं करोगे। एक नया कानून और आ रहा है कि जो भी आदमी जमीन बेचेगा सरकार खरीदेगी। आप 2 एकड़ बेचोगे, कोई 1 एकड़ बेचेगा, उस सारी का फिर एक जगह उसका मरब्बाबंदी करके एक जगह इकट्ठी कर ली जाएगी। एक ही जगह पे 2000 5000 एकड़ का प्लाट बनेगा, कंपनी को दे दिया जाएगा। आपको 2 साल के लिए लालच देके ज्यादा ठेके में कंपनी ले लेगी, 2000 में 5000 एकड़ में खेती करेगी, जब दूसरा उसका 5 एकड़ वाला उसका मुकाबला नहीं कर सकेगा, 5000 एकड़ वाले से 5 एकड़ वाला मुकाबला नहीं कर सकेगा।